ਹੈਲੋ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਜੌਬ ਵਰਲਡ ਤੇ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਲੋੜਵੰਦ ਤੱਕ ਇਹ ਪੋਸਟ ਪਹੁੰਚ ਜਾਵੇ ਅਤੇ ਉਹ ਸਮੇਂ ਸਿਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕੇ। ਆ ਜਾਓ ਮੈਂ ਲੈ ਚੱਲਦਾ ਹਾਂ ਤੁਹਾਨੂੰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਜਿਸ ਨੇ ETT ਦੀਆਂ ਪੋਸਟਾਂ ਲਈ ਵਿਗਿਆਪਨ ਦਿੱਤਾ ਗਿਆ ਹੈ। 5994 ਪੋਸਟਾਂ ਨੇ ਟੋਟਲ, ਜਿਨ੍ਹਾਂ ਦੀ ਕੈਟਾਗਰੀ ਵਾਈਜ਼ ਵੰਡ ਜਨਰਲ ਦੀਆਂ 1170, SC M&B ਦੀਆਂ 300, SC R&O 300, BC ਦੀਆਂ 300, ਜਨਰਲ ਐਕਸ ਸਰਵਿਸਮੈਨ ਦੀਆਂ 1198, SC M&B ਐਕਸ ਸਰਵਿਸਮੈਨ ਦੀਆਂ 419, SC R&O ਐਕਸ ਸਰਵਿਸਮੈਨ ਦੀਆਂ 419, BC ਐਕਸ ਸਰਵਿਸਮੈਨ ਦੀਆਂ 360, ਜਨਰਲ ਸਪੋਰਟਸ ਦੀਆਂ 419, SC M&B ਸਪੋਰਟਸ ਦੀਆਂ 135, SC R&O ਦੀਆਂ 135, ਹੈਂਡੀਕੈਪ ਦੀਆਂ ਪੋਸਟਾਂ। ਇਸ ਤੋਂ ਇਲਾਵਾ ਕੈਟਾਗਰੀ ਵਾਈਜ਼ ਉਹਨਾਂ 'ਚ ਵੀ 509 ਪੋਸਟਾਂ ਅਤੇ ਫਰੀडम फाइटर ਦੀਆਂ 30 ਅਤੇ ਇਕਨੋਮਿਕਲੀ ਵੀਕਰ ਸੈਕਸ਼ਨ ਦੀਆਂ 300, ਟੋਟਲ 5994 ਪੋਸਟਾਂ ਵਾਸਤੇ ਵਿਗਿਆਪਨ ਦਿੱਤਾ ਗਿਆ ਹੈ, ਜਿਨ੍ਹਾਂ ਵਾਸਤੇ ਜਿਹੜੀ ਆਖਰੀ ਮਿਤੀ ਹੈ 10/11/2022 ਹੈ। ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਜੋ ਦਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਟੀਚਰ ਕੇਡਰ ਸਰਵਿਸ ਰੂਲਸ 2018 ਫਾਰਮ ਕੀਤੇ ਗਏ ਹਨ। ਉਹਨਾਂ ਮੁਤਾਬਕ ਸ਼ੁੱਡ ਹੈ ਪਾਸਡ ਗ੍ਰੈਜੂਏਸ਼ਨ ਵਿਦ ਮਿਨੀਮਮ 50% ਮਾਰਕਸ। ਤੁਹਾਡੀ ਜਿਹੜੀ ਗ੍ਰੈਜੂਏਸ਼ਨ ਆ ਉਹ 50% ਮਾਰਕਸ ਇਨ ਕੇਸ ਆਫ ਜਨਰਲ ਕੈਟਾਗਰੀ ਅਤੇ 45% ਮਾਰਕਸ ਇਨ ਕੇਸ ਆਫ SC ST OBC BC ਐਂਡ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟਸ ਫਰੋਮ ਏ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ। ਅਤੇ ਇਸ ਤੋਂ ਇਲਾਵਾ 2 ਸਾਲ ਦਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਜਾਂ JBT ਦਾ ਕੋਰਸ, ਜਿਹੜਾ ਵੀ ਨਾਮ ਨਾਲ ਜਾਣਿਆ ਜਾਂਦਾ, ਉਹ ਕੀਤਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ PSTET ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਜੋ ਪਹਿਲਾ ਹੈ ਉਹ ਪਾਸ ਹੋਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੈਂਡੀਡੇਟਸ ਨੇ +2 ਦੇ ਨਾਲ ETT ਕੀਤੀ ਹੈ ਉਹ ਵੀ ਇਹਨਾਂ ਪੋਸਟਾਂ ਲਈ ਐਲੀਜੀਬਲ ਨੇ, ਅਤੇ ਉਹਨਾਂ ਲਈ +2 ਚੋਂ 50% ਮਾਰਕਸ ਇਨ ਕੇਸ ਆਫ ਜਨਰਲ ਕੈਟਾਗਰੀ ਅਤੇ 45% ਮਾਰਕਸ ਇਨ ਕੇਸ ਆਫ SC ST OBC ਅਤੇ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟਸ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਹਨ। ਇਹ ਧਿਆਨ ਰੱਖਣਾ ਹੈ ਕਿ ਇਹਨਾਂ ਪੋਸਟਾਂ ਵਾਸਤੇ ਤੁਹਾਡੀ ਜਿਹੜੀ ਲੋੜੀਂਦੀ ਯੋਗਤਾ ਆ ਉਹ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਹੈ, ਚਾਹੇ ਕੋਈ ਸਰਟੀਫਿਕੇਟ ਹੈ ਜਾਂ ਫਿਰ ਵਿੱਦਿਅਕ ਯੋਗਤਾ, ਉਹ ਤੁਹਾਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਜੋ ਕਿ 10/11/2022 ਹੈ, ਇਸ ਤੋਂ ਪਹਿਲਾਂ ਇਹ ਸਾਰੀਆਂ ਸ਼ਰਤਾਂ ਤੁਹਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਚੋਣ ਦਾ ਢੰਗ, ਇਹਨਾਂ ਅਸਾਮੀਆਂ ਦੀ ਭਰਤੀ ਲਈ ਪੰਜਾਬ ਸਟੇਟ ਪੱਧਰ 'ਤੇ 200 ਅੰਕਾਂ ਦਾ ਇੱਕ ਲਿਖਤੀ ਟੈਸਟ ਜੋ ਕਿ ਮਲਟੀਪਲ ਚੋਇਸ ਟਾਈਪ ਹੋਵੇਗਾ ਉਹ ਲਿਆ ਜਾਵੇਗਾ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚ ਬਰਾਬਰ ਅੰਕ ਹੁੰਦੇ ਹਨ ਤਾਂ ਉਸ ਦੀ ਉਮੀਦਵਾਰ ਦੀ ਜਿਸ ਦੀ ਏਜ ਵੱਧ ਹੋਵੇਗੀ, ਉਮਰ ਵੱਧ ਹੋਵੇਗੀ, ਉਸ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਲਈ ਵਿਚਾਰਿਆ ਜਾਵੇਗਾ। ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣ ਤਾਂ ਜਿਨ੍ਹਾਂ ਉਮੀਦਵਾਰਾਂ ਦੀ ਪ੍ਰੋਫੈਸ਼ਨਲ ਡਿਗਰੀ 'ਚ ਵੱਧ ਪਰਸੈਂਟੇਜ ਹੋਵੇਗੀ ਤਾਂ ਉਸ ਨੂੰ ਮੈਰਿਟ 'ਚ ਪਹਿਲਾਂ ਰੱਖਿਆ ਜਾਵੇਗਾ। ਅਸਾਮੀਆਂ ਦਾ ਪੇ ਸਕੇਲ, ਜੋ ਤੁਹਾਨੂੰ ਸੈਲਰੀ ਮਿਲੇਗੀ 29,200 ਰੁਪਏ ਪ੍ਰਤੀ ਮਹੀਨਾ ਬਿਨਾਂ ਕਿਸੇ ਭੱਤੇ ਦੇ ਮਿਲਣਯੋਗ ਹੋਣਗੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਜੋ ਕਿ ਹੈ ਉਸ ਦੇ ਮੁਤਾਬਕ। ਅਤੇ ਉੱਪਰਲੀ ਸੀਮਾ ਉਮਰ ਸੀਮਾ ਜੋ ਹੈ 1/1/2022 ਨੂੰ 18 ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਜਾਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਸੀਮਾ 'ਚ ਛੋਟ ਹੈ ਅਤੇ ਉਮਰ ਹੱਦ 45 ਸਾਲ ਤੱਕ ਹੋਵੇਗੀ। ਪੰਜਾਬ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਜਾਤੀ ਦੇ ਉਮੀਦਵਾਰਾਂ ਲਈ ਉੱਪਰਲੀ ਸੀਮਾ ਹੱਦ 5 ਸਾਲ ਦੀ ਛੋਟ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉੱਪਰਲੀ ਸੀਮਾ ਵਿੱਚ ਹੱਦ 42 ਸਾਲ ਤੱਕ ਹੋਵੇਗੀ। ਪੰਜਾਬ ਦੇ ਵਸਨੀਕ ਵਿਕਲਾਂਗ ਦੀ ਉੱਪਰਲੀ ਸੀਮਾ ਦੀ ਹੱਦ 10 ਸਾਲ ਤੱਕ ਹੋਵੇਗੀ। ਐਕਸ ਸਰਵਿਸਮੈਨ ਜੇ ਕੋਈ ਕੈਂਡੀਡੇਟ ਹੈ ਤਾਂ ਉਸਨੇ ਜਿੰਨੇ ਵੀ ਸਾਲ ਆਰਮਡ ਫੋਰਸ ਦੇ ਵਿੱਚ ਲਾਏ ਹਨ ਤਾਂ ਉਹਨਾਂ ਨੂੰ 19 ਸਾਲ ਦੀ ਜਿਹੜੀ ਸਮੇਂ ਸੀਮਾ ਛੋੜ ਦਿੱਤੀ ਜਾਵੇਗੀ। ਬਾਈ ਮੋਰ ਦੈਨ 3 years ਹੀ ਸ਼ੈਲ ਬੀ ਡੀਮ ਟੂ ਸੈਟਿਸਫਾਈ ਦਾ ਕੰਡੀਸ਼ਨ ਰਿਗਾਰਡਿੰਗ ਏਜ ਲਿਮਿਟ, ਤਾਂ ਉਹਨਾਂ ਨੂੰ ਵੀ ਉਮਰ ਸੀਮਾ ਵਿੱਚ ਹੱਦ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੋ ਫੀਸ ਹੈ ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾਂ ਲਈ 1000 ਰੁਪਏ, ਰਿਜ਼ਰਵ ਕੈਟਾਗਰੀ SC ਅਤੇ ST ਲਈ 500 ਰੁਪਏ, ਸਾਬਕਾ ਸੈਨਿਕ ਜੇ ਖੁਦ ਹਨ ਤਾਂ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟਸ ਲਈ 500 ਰੁਪਏ ਅਤੇ ਜਨਰਲ ਕੈਟਾਗਰੀ ਅਤੇ ਹੋਰ ਕੈਟਾਗਰੀ ਦੇ ਸਾਬਕਾ ਸੈਨਿਕਾਂ ਵਾਸਤੇ 1000 ਰੁਪਏ ਫੀਸ ਰੱਖੀ ਗਈ ਹੈ। ਇਸ ਤੋਂ ਇਲਾਵਾ ਐਕਸ ਸਰਵਿਸਮੈਨ ਜੇ ਸਮਰੱਥ ਅਧਿਕਾਰੀ ਤੋਂ ਜਾਰੀ ਸਰਟੀਫਿਕੇਟ ਇਸ ਦਫ਼ਤਰ ਵਿਖੇ ਜਮ੍ਹਾਂ ਕਰਾਉਣਗੇ ਤਾਂ ਉਹਨਾਂ ਦੀ ਜਿਹੜੀ ਫੀਸ ਹੈ ਉਹ ਰਿਫੰਡ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨੋਟ, ਸਾਬਕਾ ਸੈਨਿਕ ਖੁਦ ਨੂੰ ਫੀਸ ਰਿਫੰਡ ਤਾਂ ਹੀ ਹੋਵੇਗੀ ਬਸ਼ਰਤੇ ਕਿ ਉਹਨਾਂ ਦੁਆਰਾ ਭਾਰਤ ਸਰਕਾਰ ਵੱਲੋਂ ਨੌਕਰੀ ਦੌਰਾਨ ਜਾਂ ਨਿਸ਼ਚਿਤ ਆਮ ਸ਼ਰਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਖੁਦ ਦੀ ਪ੍ਰਤੀਬੇਨਤੀ ਤੇ ਨੌਕਰੀ ਤੋਂ ਫਾਰਗ ਡਿਸਚਾਰਜ ਨਾ ਕੀਤਾ ਗਿਆ ਹੋਵੇ। ਅਤੇ ਇਸ ਲਈ ਪੰਜਾਬ ਦੇ ਵਸਨੀਕ PWD ਉਮੀਦਵਾਰ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਵੇਗੀ ਜਿਸ ਵਰਗ ਸ਼੍ਰੇਣੀ ਨਾਲ ਉਹ ਸੰਬੰਧ ਰੱਖਦੇ ਹਨ। ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਜਾਂ ਛੋਟ ਨਹੀਂ ਦਿੱਤੀ ਜਾਵੇਗੀ। ਉਮੀਦਵਾਰ ਦਸਤਾਵੇਜ਼ਾਂ ਦੀ ਸਕਰੂਟਨਿੰਗ ਸਮੇਂ ਫੀਸ ਦੀ ਰਸੀਦ ਪੇਸ਼ ਕਰਨਗੇ। ਆਮ ਸ਼ਰਤਾਂ ਵੀ ਲਿਖੀਆਂ ਗਈਆਂ ਹਨ ਜਿਸ ਨੂੰ ਤੁਸੀਂ ਧਿਆਨ ਨਾਲ ਪੜ੍ਹ ਲਓ ਇਹਨਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ, ਕਿਉਂਕਿ ਇਸ ਦੇ ਵਿੱਚ ਤੁਹਾਨੂੰ ਸਰਟੀਫਿਕੇਟ ਜੋ ਹੈ ਸਾਰੇ ਹੀ ਸਰਟੀਫਿਕੇਟ
ਅਪਲਾਈ ਕਰਨ ਦੀ ਮਿਤੀ ਤੋਂ ਪਹਿਲਾਂ ਦੇ ਚਾਹੀਦੇ ਹਨ, ਚਾਹੇ ਉਹ ਕਿਸੇ ਵੀ ਕੋਟੇ 'ਚੋਂ ਜਾਂ ਫਿਰ ਕਿਸੇ ਵੀ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੋਵੇ ਉਮੀਦਵਾਰ। ਤੇ ਇਸ ਤੋਂ ਇਲਾਵਾ ਹੋਰ ਵੀ ਰਾਖਵਾਂਕਰਨ ਦੀ ਨੀਤੀ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਲਾਗੂ ਹੋਵੇਗੀ। ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਪੱਕੇ ਵਾਸੀਆਂ ਨੂੰ ਹੀ ਪ੍ਰਾਪਤ ਹੋਵੇਗਾ। ਉਮੀਦਵਾਰ ਵੱਲੋਂ ਭਰੀ ਗਈ ਕੈਟਾਗਰੀ ਹੀ ਅੰਤਿਮ ਮੰਨੀ ਜਾਵੇਗੀ ਅਤੇ ਉਸ ਤੋਂ ਇਲਾਵਾ ਹੋਰ ਕਿਸੇ ਕੈਟਾਗਰੀ ਵਿੱਚ ਉਸ ਨੂੰ ਵਿਚਾਰਿਆ ਨਹੀਂ ਜਾਵੇਗਾ ਜਿਸ ਵਿੱਚ ਉਮੀਦਵਾਰ ਦੀ ਫੀਸ ਭਰੀ ਗਈ ਹੋਵੇਗੀ। ਤਾਂ ਇਸ ਲਈ ਧਿਆਨ ਨਾਲ ਤੁਸੀਂ ਫਾਰਮ ਭਰਨਾ ਹੈ। ਜਿਹੜੇ ਉਮੀਦਵਾਰ ਵਿਮੁਕਤ ਜਾਤੀ ਨਾਲ ਸੰਬੰਧਿਤ ਹੋਣਗੇ ਉਹਨਾਂ ਨੂੰ ਆਨਲਾਈਨ ਅਪਲਾਈ ਕਰਨ ਸਮੇਂ ਆਪਣੀ ਹੀ ਕੈਟਾਗਰੀ ਵਿੱਚ ਅਪਲਾਈ ਕਰਨਾ ਹੋਵੇਗਾ। ਤੇ ਇਸ ਲਈ ਧਿਆਨ ਰੱਖਣਾ ਤੁਸੀਂ ਭਰਨ ਸਮੇਂ ਉਮੀਦਵਾਰਾਂ ਨੇ ਘੱਟੋ ਘੱਟ 10ਵੀਂ ਪੰਜਾਬੀ ਪਾਸ ਕੀਤੀ ਹੋਵੇ। ਪੁਰਸ਼ ਅਤੇ ਇਸਤਰੀਆਂ ਦੀ ਸਾਂਝੀ ਮੈਰਿਟ ਲਿਸਟ ਬਣਾਈ ਜਾਵੇਗੀ ਤੇ ਇਹਨਾਂ ਸਾਰੀਆਂ ਹੀ ਸ਼ਰਤਾਂ ਨੂੰ ਤੁਸੀਂ ਧਿਆਨ ਨਾਲ ਅਪਲਾਈ ਕਰਨ ਤੋਂ ਪਹਿਲਾਂ ਪੜ੍ਹ ਲੈਣਾ ਹੈ। ਤੇ ਤਾਂ ਦੋਸਤੋ, ਆਨਲਾਈਨ ਅਪਲਾਈ ਕਰਨ ਦੀ ਵਿਧੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਪੋਸਟਾਂ ਦੇ ਵਿੱਚ ਵੂਮਨ ਕੈਂਡੀਡੇਟਸ ਵਾਸਤੇ ਜਿਹੜੀਆਂ ਹੁਣ ਨਵੀਆਂ ਪੋਸਟਾਂ ਕੱਢੀਆਂ 3000 ਚੋਂ 975 ਪੋਸਟ ਵੂਮਨ ਕੈਂਡੀਡੇਟ ਵਾਸਤੇ ਰਿਜ਼ਰਵ ਨੇ। ਇਸ ਤੋਂ ਇਲਾਵਾ 5994 ਚੋਂ ਹੋਰ ਵੀ ਪੋਸਟਾਂ ਵੂਮਨ ਕੈਂਡੀਡੇਟਸ ਲਈ ਰਾਖਵੀਆਂ ਨੇ। ਸੋ ਵੂਮਨ ਕੈਂਡੀਡੇਟਸ ਵੱਧ ਤੋਂ ਵੱਧ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਇਹਨਾਂ ਪੋਸਟਾਂ 'ਤੇ ਭਰਤੀ ਹੋ ਸਕਦੇ ਨੇ। ਤੋਂ ਆਨਲਾਈਨ ਅਪਲਾਈ ਕਰਨ ਦੀ ਵਿਧੀ ਆਨਲਾਈਨ ਪ੍ਰੋਸੈਸ 14 ਅਕਤੂਬਰ 2022 ਤੋਂ ਸਟਾਰਟ ਹੈ। ਵੈਬਸਾਈਟ www.educationrecruitment.com ਤੇ ਤੁਸੀਂ ਜਾਣਾ ਹੈ। ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਹੀ ਰਜਿਸਟ੍ਰੇਸ਼ਨ ਅਧੀਨ ਹੀ ਵੱਖ-ਵੱਖ ਐਪਲੀਕੇਸ਼ਨ ਅਪਲਾਈ ਕਰੇਗਾ। ਇਸ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਨੰਬਰ ਹੋਣ ਦੀ ਸੂਰਤ ਵਿੱਚ ਪਹਿਲੀ ਰਜਿਸਟ੍ਰੇਸ਼ਨ ਜੇ ਕੋਈ ਹੋਵੇ ਆਪਣੇ ਆਪ ਕੈਂਸਲ ਹੋਈਆਂ ਵਿਚਾਰੀਆਂ ਜਾਣ ਗਈਆਂ। ਤੇ ਉਮੀਦਵਾਰ ਵੱਲੋਂ ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਕਰਾਉਣ ਲਈ ਇੱਕ ਵੈਬਸਾਈਟ ਉੱਤੇ ਦਿੱਤੇ ਲਿੰਕ ਨਿਊ ਰਜਿਸਟ੍ਰੇਸ਼ਨ 'ਤੇ ਕਲਿੱਕ ਕੀਤਾ ਜਾਵੇਗਾ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇਗੀ। ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ ਅਪਡੇਟ ਜਾਂ ਐਡਿਟ ਨਹੀਂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਅਕਾਊਂਟ ਲੌਗਇਨ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਦੇ ਲਿੰਕ ਉੱਤੇ ਕਲਿੱਕ ਕਰਕੇ ਆਨਲਾਈਨ ਫੀਸ ਭਰੀ ਜਾਵੇਗੀ। ਫੀਸ ਕਨਫਰਮੇਸ਼ਨ ਹੋਣ ਉਪਰੰਤ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਜ਼ਰੂਰ ਲਿਆ ਜਾਵੇ ਤਾਂ ਕਿ ਅਤੇ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ, ਕਿਉਂਕਿ ਇੱਥੋਂ ਹੀ ਸਪਸ਼ਟ ਹੁੰਦਾ ਹੈ ਕਿ ਐਪਲੀਕੇਸ਼ਨ ਫਾਰਮ ਜਾਂ ਹੋਰ ਕੋਈ ਦਸਤਾਵੇਜ਼ ਡਾਕ ਰਾਹੀਂ ਇਸ ਦਫ਼ਤਰ ਨੂੰ ਭੇਜਣ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਦਸਤਾਵੇਜ਼ ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ। ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ। ਇਸ ਤੋਂ ਇਲਾਵਾ ਉਮੀਦਵਾਰ ਆਪਣੀ ਬਣਦੀ ਯੋਗਤਾ ਅਨੁਸਾਰ ਇੱਕ ਤੋਂ ਜ਼ਿਆਦਾ ਕੈਟਾਗਰੀਆਂ ਵਿੱਚ ਅਪਲਾਈ ਕਰ ਸਕਦਾ ਹੈ, ਪਰ ਉਸ ਨੂੰ ਹਰੇਕ ਸੰਬੰਧਿਤ ਕੈਟਾਗਰੀ ਦੀ ਬਣਦੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਤੋਂ ਜਿਨ੍ਹਾਂ ਵੀ ਦੋਸਤਾਂ ਨੇ ਮੇਰਿਆਂ ਨੇ ETT ਜਾਂ JBT ਦਾ ਕੋਰਸ ਕੀਤਾ ਅਤੇ PSTET 1 ਪਾਸ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਜ਼ਰੂਰ ਅਪਲਾਈ ਕਰਨ ਅਤੇ ਮਿਹਨਤ ਕਰਕੇ ਇਸ ਟੈਸਟ ਨੂੰ ਕਲੀਅਰ ਕਰਕੇ ਇਹਨਾਂ ਪੋਸਟਾਂ 'ਤੇ ਕੰਮ ਕਰਨ। ਤੇ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਡੇ ਲਈ ਕੰਮ ਆਵੇਗੀ ਅਤੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਿ ਹਰ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਇਸ ਪੋਸਟਾਂ ਨੂੰ ਸਮੇਂ ਸਿਰ ਅਪਲਾਈ ਕਰ ਸਕਣ। ਧੰਨਵਾਦ। ਥੈਂਕ ਯੂ ਫॉर ਵਾਚਿੰਗ ਮਾਈ ਚੈਨਲ।